ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਕੈਲੀਫੋਰਨੀਆ। ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਤੁਹਾਡੇ ਲਈ ਅੱਜ ਜਨਵਰੀ ਦੀ 10 ਤਰੀਕ ਆ, ਦਿਨ ਸੋਮਵਾਰ ਆ। ਕੈਲੀਫੋਰਨੀਆ ਅਪਡੇਟ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। ਅਮਰਜੀਤ ਸਿੰਘ ਸੈਕਰਾਮੈਂਟੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਮਰਜੀਤ ਸਿੰਘ ਫਰੈਸਨੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ। ਟਿਡਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਡਕੀਆਣਾ 4159090503। ਗੁਰਿੰਦਰ ਸਿੰਘ ਆਇਓਬਾ, ਪ੍ਰਾਈਸ ਟਰੱਕਿੰਗ ਫਰੈਸਨੋ, ਸੋਲੋ ਟੀਮ ਟਰੱਕ ਡਰਾਈਵਰਸ ਹਾਇਰ ਕਰਦੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000 ਤੇ ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਆਪਾਂ ਕੈਲੀਫੋਰਨੀਆ ਦੀਆਂ ਖਬਰਾਂ ਤੇ ਕਰਨਾ ਫੋਕਸ ਖਾਸ ਕਰਕੇ ਬਜਟ ਨੂੰ ਲੈ ਕੇ। ਉਸ ਤੋਂ ਪਹਿਲਾਂ ਇੱਕ ਖਬਰ ਇੰਡੀਆਨਾ ਤੋਂ ਆ ਰਹੀ ਹੈ। ਇੰਡੀਆਨਾ ਦੀ ਸਟੇਟ ਪੁਲਿਸ ਨੇ $2 ਮਿਲੀਅਨ ਵਰਥ ਆਫ ਕੋਕੇਨ ਜਿਹੜੀ ਆ ਫੜੀ ਹੈਗੀ ਆ ਇੱਕ ਟਰੱਕ ਡਰਾਈਵਰ ਦੇ ਕੋਲੋਂ। ਇੱਕ ਵਾਰੀ ਫੇਰ ਸਿਹਰਾ ਇਹ ਪੰਜਾਬੀਆਂ ਦੇ ਸਿਰੇ ਗਿਆ। ਪਿਛਲੇ ਸਾਲ ਵੀ ਆਪਾਂ ਦੇਖਿਆ ਸੀ ਕਿੰਨੇ ਜ਼ਿਆਦਾ ਪੰਜਾਬੀ ਫੜ ਹੋਏ ਸੀ ਬਾਰਡਰ ਕ੍ਰਾਸਿੰਗ ਤੇ। ਸੋ ਇਹ ਟਰੱਕ ਡਰਾਈਵਰ ਜਿਹੜਾ ਆ 2 ਮਿਲੀਅਨ ਵਰਥ ਆਫ ਕੋਕੀਨ, ਜਿਹੜੀ ਕਿ 115 ਪਾਉਂਡ ਬਣਦੀ ਹੈਗੀ ਆ, ਲੈ ਕੇ ਜਾ ਰਿਹਾ ਸੀ ਜਦੋਂ ਪਟਨਮ ਕਾਉਂਟੀ ਦੇ ਸ਼ੈਰਿਫ ਨੇ ਇਹਨਾਂ ਨੂੰ ਅਰੈਸਟ ਕੀਤਾ ਤੇ ਜੇਲ੍ਹ ਦੇ ਵਿੱਚ ਹੁਣ ਉਹਦੇ ਤੇ ਫੈਲਨੀ ਡੀਲਿੰਗ ਨੈਰਕੋਟਿਕਸ ਤੇ ਫੈਲਨੀ ਪੋਜੈਸ਼ਨ ਆਫ ਨੈਰਕੋਟਿਕਸ ਦੇ ਅੰਡਰ ਚਾਰਜ ਕੀਤਾ ਗਿਆ ਹੈ। ਕੁਈਨਜ਼ ਦਾ ਰਹਿਣ ਵਾਲਾ 32 ਸਾਲਾਂ ਦਾ ਵਿਕਰਮ ਸੰਧੂ ਜਿਹੜਾ ਆ ਅਦਾਲਤੀ ਦਸਤਾਵੇਜ਼ਾਂ 'ਚ ਇਸਦਾ ਜਿਹੜਾ ਇਹ ਨਾਮ ਦੱਸਿਆ ਗਿਆ ਆ। ਜਿੱਦਾਂ ਤੁਸੀਂ ਕਿਹਾ ਵੀ ਪਟਨਮ ਕਾਉਂਟੀ ਦੇ ਵਿੱਚ ਇੱਕ ਟ੍ਰੈਫਿਕ ਸਟਾਪ ਦੇ ਉੱਤੇ ਜਿਹੜਾ ਇਸ ਨੂੰ ਰੋਕਿਆ ਤੇ ਸਲੀਪਰ ਬਰਥ ਦੇ ਵਿੱਚ 115 ਪਾਉਂਡ ਕੋਕੇਨ ਜਿਹੜੀ ਉਹ ਆਈ ਹੈ। ਕਹਿੰਦੇ ਕੁੱਤੇ ਨੇ ਸੌਂ ਕੇ ਇਲੀਗਲ ਡਰੱਗ ਦੇ ਬਾਰੇ ਅਧਿਕਾਰੀਆਂ ਨੂੰ ਇੱਕ ਹਿਸਾਬ ਦੇ ਨਾਲ ਇਤਲਾਹ ਕੀਤੀ ਵੀ ਕੁਛ ਨਾ ਕੁਛ ਹੈ ਤੇ ਫਿਰ ਉਸ ਨੂੰ ਜਿਹੜਾ ਆ ਉਹ ਫੜਿਆ ਗਿਆ। ਹਿਊਸਟਨ ਟੈਕਸਸ ਤੋਂ ਇੰਡੀਆਨਾਪੋਲਿਸ ਨੂੰ ਇਹ ਜਿਹੜਾ ਉਹ ਜਾ ਰਿਹਾ ਸੀਗਾ। ਸੋ ਇਹ ਬੜੀ ਦੇਖੋ ਨਵੇਂ ਸਾਲ ਦੇ ਵਿੱਚ ਨਵਾਂ ਚੰਨ ਤਾਂ ਪੁਰਾਣਾ ਹੀ ਆ, ਪਰ ਇਹ ਚਾੜ੍ਹਨ ਵਾਲੇ ਜਿਹੜੇ ਆ ਪੰਜਾਬੀ ਪਤਾ ਨਹੀਂ ਕਿਹੜੇ ਪਾਸੇ ਨੂੰ ਇਹ ਕੰਮ ਤੁਰਿਆ ਪਿਆ ਹੈਗਾ ਆ। ਅਗਲੀ ਜਿਹੜੀ ਖਬਰ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਆ। ਹਜੇ ਵੀ ਲੋਕ ਰਾਜਕਰਮਵੀਰ ਸਿੰਘ ਜੀ ਬੜੇ ਭੁਲੇਖੇ 'ਚ ਆ ਵੀ ਕੈਲੀਫੋਰਨੀਆ ਦੇ ਵਿੱਚ 6 ਮਿਲੀਅਨ ਕੋਵਿਡ ਦੇ ਕੇਸਿਸ ਹੋ ਗਏ ਆ, ਟੋਟਲ ਸਰਪਾਸ ਕਰ ਗਿਆ ਆ। ਜਿਹੜੇ ਹਜੇ ਵੀ ਕਹਿੰਦੇ ਨਾ ਵੀ ਐਵੇਂ ਉੱਥੇ ਰੌਲਾ ਪਾਈ ਜਾਂਦੇ ਰੇਡੀਓ ਤੇ, ਨਹੀਂ ਜੀ ਜਿਹੜੀਆਂ ਗਵਰਨਮੈਂਟਾਂ ਆ ਉਹ ਵੀ ਰੌਲਾ ਪਾਈ ਜਾਂਦੀਆਂ, ਕੁਛ ਨਹੀਂ ਹੈਗਾ। ਸਿਰਫ 2 ਦਿਨਾਂ ਦੇ ਵਿੱਚ ਸ਼ਨੀਚਰ ਤੇ ਐਤਵਾਰ ਨੂੰ 3,08,820 ਨਵੇਂ ਕੇਸ ਸੈਚਰਡੇ ਦੇ ਸੰਡੇ ਆਏ ਆ ਕੈਲੀਫੋਰਨੀਆ ਦੇ ਵਿੱਚ। 2 ਮਹੀਨੇ ਪਹਿਲਾਂ 5 ਮਿਲੀਅਨ ਸੀ। ਸੋ ਤੁਸੀਂ ਹਿਸਾਬ ਲਾ ਲਓ ਵੀ ਕਿੰਨੇ ਜ਼ਿਆਦਾ ਕੇਸ ਵੱਧ ਗਏ ਹੈਗੇ ਆ। ਹਸਪਤਾਲਾਂ ਦੇ ਵਿੱਚ ਵੀ ਗਿਣਤੀ ਵੱਧਦੀ ਜਾ ਰਹੀ ਹੈ। ਲਾਸ ਐਂਜਲਸ ਦੇ ਵਿੱਚ 2,25,000 ਨਵੇਂ ਕੇਸ ਵੀਕਐਂਡ ਦੇ ਦੌਰਾਨ ਆਏ ਹੈਗੇ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਕਈ ਕਹਿੰਦੇ ਆ ਵੀ ਵੈਕਸੀਨੇਸ਼ਨ ਹੋਣ ਦੇ ਬਾਵਜੂਦ ਜਿਹੜੇ ਉਹ ਤੁਹਾਨੂੰ ਜਿਹੜਾ ਹੋ ਜਾਂਦਾ ਆ, ਬਿਲਕੁਲ ਹੋ ਜਾਂਦਾ ਆ। ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ, ਪਰ ਇਹ ਆ ਵੀ ਅਨਵੈਕਸੀਨੇਟਿਡ ਦੇ ਨਾਲੋਂ ਜਿਹੜਾ ਖਤਰਾ ਹੈ ਉਹ ਬਹੁਤ ਜ਼ਿਆਦਾ ਘੱਟ ਜਾਂਦਾ ਆ। ਅਨਵੈਕਸੀਨੇਟਿਡ ਨੂੰ ਜੇ ਕੋਵਿਡ ਹੁੰਦਾ ਤੇ ਕਹਿੰਦੇ 17 ਟਾਈਮਸ ਜ਼ਿਆਦਾ ਚਾਂਸ ਹੁੰਦੇ ਆ ਉਸਦੇ ਹਸਪਤਾਲ 'ਚ ਦਾਖਲ ਹੋਣ ਦੇ ਤੇ 20 ਟਾਈਮਸ ਜ਼ਿਆਦਾ ਚਾਂਸ ਹੁੰਦੇ ਆ ਉਸਦੇ ਜਿਹੜੇ ਉਹ ਇਸ ਦੇ ਕਰਕੇ ਮਰ ਜਾਣ ਦੇ। ਸੋ ਵੈਕਸੀਨੇਸ਼ਨਸ ਦੇ ਨਾਲ ਕਈ ਲੋਕਾਂ ਨੂੰ ਜੇ ਬਾਅਦ ਦੇ ਵਿੱਚ ਵੀ ਕੋਵਿਡ ਹੋ ਰਿਹਾ ਆ, ਐਟਲੀਸਟ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਾਣ ਦੀ ਜਾਂ ਜ਼ਿਆਦਾ ਸਖਤ ਬਿਮਾਰ ਹੋਣ ਤੋਂ ਜਿਹੜਾ ਉਸ ਚੀਜ਼ ਦਾ ਬਚਾਅ ਲਗਾਤਾਰ ਹੋ ਰਿਹਾ ਹੈਗਾ ਆ। ਤੇ ਇਸੇ ਦੇ ਸੰਬੰਧ ਦੇ ਵਿੱਚ ਗਵਰਨਰ ਨਿਊਸਮ ਨੇ ਵੀ ਜਿਹੜੀ ਕੈਲੀਫੋਰਨੀਆ ਦੇ ਬਾਰੇ ਜਿਹੜੀ ਇਹ ਗੱਲ ਆਖੀ ਆ। ਹਸਪਤਾਲਾਂ ਦੇ ਵਿੱਚ ਇੱਕ ਨਵਾਂ ਜਿਹੜੀ ਪਾਲਿਸੀ ਆਈ ਹੈ ਜਿਸ ਦੇ ਵਿੱਚ ਜਿਹੜੇ ਏਸਿਮਟੋਮੈਟਿਕ ਵਰਕਰਸ ਹੈਗੇ ਆ
ਉਹਨਾਂ ਨੂੰ ਹੁਣ ਵਿਦਆਊਟ ਟੈਸਟਿੰਗ ਤੇ ਵਿਦਆਊਟ ਆਈਸੋਲੇਸ਼ਨ ਮੁੜ ਦੁਬਾਰਾ ਜੇ ਪੋਜ਼ਿਟਿਵ ਵੀ ਆਉਂਦੇ ਆ ਤੇ ਕੰਮ ਤੇ ਆਉਣ ਦੀ ਜਿਹੜੀ ਆ ਉਹ ਇਜਾਜ਼ਤ ਦਿੱਤੀ ਜਾ ਰਹੀ ਹੈਗੀ ਆ। ਕੈਲੀਫੋਰਨੀਆ ਨਰਸ ਐਸੋਸੀਏਸ਼ਨ ਨੇ ਜਿਹੜੀ ਇਸ ਚੀਜ਼ ਨੂੰ ਇੱਕ ਹਿਸਾਬ ਦੇ ਨਾਲ ਅਪੋਜ਼ ਵੀ ਜਿਹੜਾ ਉਹ ਕੀਤਾ ਆ। ਉਹਨਾਂ ਨੇ ਗਵਰਨਰ ਨਿਊਸਮ ਨੇ ਕਿਹਾ ਵੀ ਇਸ ਦਾ ਸਟ੍ਰੇਨ ਬਹੁਤ ਜ਼ਿਆਦਾ ਹੈਲਥ ਸਿਸਟਮ ਦੇ ਉੱਤੇ ਪਿਆ ਹੈਗਾ ਆ, ਆਉਣ ਵਾਲੇ ਦਿਨਾਂ 'ਚ ਹੋਰ ਵੀ ਜ਼ਿਆਦਾ ਵੱਧ ਸਕਦਾ ਹੈਗਾ ਆ। ਸੋ ਇਸ ਲਈ ਸਾਨੂੰ ਜਿਹੜੇ ਆ ਕੰਮ ਆ ਉਹ ਮੁੜ ਤੋਂ ਕੰਮਾਂ ਦੇ ਉੱਤੇ ਜਿਹੜੇ ਖਾਸ ਕਰਕੇ ਹੈਲਥ ਨਾਲ ਸੰਬੰਧਿਤ ਆ ਉਹਨਾਂ ਨੂੰ ਸੱਦਣਾ ਜਿਹੜਾ ਉਹ ਪੈ ਰਿਹਾ ਹੈਗਾ ਆ। ਕਹਿੰਦੇ ਵੀ ਇਹੀ ਰਾਈਟ ਨਾਓ ਰਿਐਲਿਟੀ ਜਿਹੜੀ ਆ ਉਹ ਬਣਦੀ ਜਾ ਰਹੀ ਹੈਗੀ। ਜੀ ਬਿਲਕੁਲ, ਇਸੇ ਤਰ੍ਹਾਂ ਫਾਈਜ਼ਰ ਦੇ CEO ਨੇ ਇਹ ਕਿਹਾ ਆ ਵੀ 2 ਟੀਕੇ ਜਿਹੜੇ ਆ ਉਹ ਨਹੀਂ ਕੰਮ ਕਰ ਰਹੇ ਹੈਗੇ। ਕਈ ਜਗ੍ਹਾ ਦੇ ਉੱਤੇ ਸਾਰੇ ਲੋਕਾਂ ਨੂੰ ਹੋ ਰਿਹਾ ਆ ਜਿਸ ਤਰ੍ਹਾਂ, ਪਰ ਅਸਰ ਉਹਦਾ ਘੱਟ ਹੈਗਾ ਆ। ਕਹਿੰਦੇ ਵੀ ਅਸੀਂ ਵਰਕਆਊਟ ਕਰ ਰਹੇ ਹਾਂ ਕਰੋਨਾ ਵਾਇਰਸ ਦਾ ਟੀਕਾ ਤਿਆਰ ਕਰਨ ਦੇ ਲਈ। ਓਮੀਕਰੋਨ ਵੇਰੀਐਂਟ ਦਾ ਵੀ ਕਹਿੰਦੇ ਆ ਵੀ ਜੀ। ਉਹ ਤਿਆਰੀ ਜਿਹੜੀ ਇਸ ਹਿਸਾਬ ਦੇ ਨਾਲ ਉਹ ਕਰ ਰਹੇ ਹੈਗੇ ਆ। ਸੋ ਇਸੇ ਲਈ ਲੋਕ ਹਰਜੋਤ ਸਿੰਘ ਜੀ, ਚਲੋ ਉਹਨਾਂ ਦੇ ਸਵਾਲ ਜਿਹੜੇ ਚੱਕਣੇ ਉਹ ਵੀ ਵਾਜਿਬ ਨੇ ਵੀ ਹਰ ਵਾਰੀ ਹਰ ਵੇਰੀਐਂਟ ਦਾ ਇਸ ਤਰੀਕੇ ਦੇ ਨਾਲ ਹੋ ਰਿਹਾ ਆ। ਹੁਣ ਪਰ ਆਪਾਂ ਜੇ ਦੇਖੀਏ ਵੀ ਜਿੱਦਾਂ ਹੁਣ ਫਲੂ ਦੀ ਦਵਾਈ ਆ, ਜਿਹੜੀਆਂ ਇਹਨਾਂ ਨੇ 2 ਦਵਾਈਆਂ ਅਪਰੂਵ ਕੀਤੀਆਂ, ਆਪਾਂ ਇਹ ਉਮੀਦ ਕਰਦੇ ਵੀ ਇਦਾਂ ਦੀ ਕੋਈ ਦਵਾਈ ਜਿਹੜੀ ਹੋਵੇ ਐਟਲੀਸਟ ਜੇ ਕਿਸੇ ਨੂੰ ਹੋ ਵੀ ਜਾਂਦਾ ਆ ਤਾਂ ਉਹ ਦਵਾਈ ਖਾ ਕੇ ਬੰਦਾ ਥੋੜ੍ਹਾ ਜਿਹਾ ਠੀਕ ਹੋ ਜਾਵੇ, ਉਸ ਦੀ ਲੜਨ ਦੀ ਇਮਿਊਨਿਟੀ ਜਿਹੜੀ ਉਹਦੀ ਸਟਰੋਂਗ ਹੋਵੇ ਜਾਂ ਉਸਦੀ ਸ਼ਮਤਾ ਜਿਹੜੀ ਉਹ ਵਧੇ ਉਸ ਨੂੰ ਨਜਿੱਠਣ ਦੀ, ਤਾਂ ਜਿਹੜਾ ਠੀਕ ਹੈ। ਜਿੱਦਾਂ ਆਪਾਂ ਫਲੂ ਦੀ ਦਵਾਈ ਖਾ ਕੇ ਆਪਣੇ ਆਪ ਨੂੰ ਜਿਹੜਾ ਠੀਕ ਕਰ ਲੈਂਦੇ, ਕਿਉਂਕਿ ਸਾਰੇ ਜਾਣੇ ਤਾਂ ਹਰ ਵਾਰੀ ਫਲੂ ਦਾ ਸ਼ਾਟ ਜਿਹੜਾ ਉਹ ਵੀ ਨਹੀਂ ਲਵਾਉਂਦੇ, ਪਰ ਫਿਰ ਵੀ ਦਵਾਈ ਹੋਣ ਦੇ ਨਾਲ ਜਿਹੜਾ ਫਿਰ ਇਸ ਦੀ ਸਮੱਸਿਆ ਜਿਹੜੀ ਉਹ ਫਿਰ ਘਟ ਜਾਂਦੀ ਆ। ਸੋ ਜਿੰਨੀ ਦੇਰ ਤੱਕ ਕੋਈ ਇਦਾਂ ਦੀ ਦਵਾਈ ਪੱਕੇ ਤੌਰ ਦੇ ਉੱਤੇ ਨਹੀਂ ਆਉਂਦੀ, ਆਈ ਥਿੰਕ ਉਨੀ ਦੇਰ ਤੱਕ ਇਹ ਰੌਲਾ ਰੱਪਾ ਵੈਕਸੀਨਸ ਉਸ ਸਭ ਦਾ ਜਿਹੜਾ ਸਵਾਲ ਤੇ ਵਿਵਾਦ ਆ ਉਹ ਨਾਲ ਦੇ ਨਾਲ ਹੀ ਚੱਲਦੇ ਰਹਿਣੇ ਆ। ਤੇ ਜੀ। ਹਰਜੋਤ ਸਿੰਘ ਜੀ, ਜੇ ਆਪਾਂ ਹੁਣ ਕੈਲੀਫੋਰਨੀਆ ਦੇ ਉੱਤੇ ਮਾਰੀਏ ਨਜ਼ਰ, ਰਿਕਾਰਡ ਤੋੜ $213 ਬਿਲੀਅਨ ਦਾ ਜਿਹੜਾ ਬਜਟ ਆ ਉਸ ਨੂੰ ਪ੍ਰਪੋਜ਼ ਕੀਤਾ ਆ ਕੈਲੀਫੋਰਨੀਆ ਦੇ ਗਵਰਨਰ ਨਿਊਸਮ ਹੋਣਾ ਨੇ। ਸੋ ਕਾਫੀ ਕੁਛ ਇਸ ਦੇ ਵਿੱਚ ਜਿਹੜਾ ਉਹ ਹੈਗਾ ਆ 45.7 ਬਿਲੀਅਨ ਤਾਂ ਸਰਪਲਸ ਜਿਹੜਾ ਆ ਇਹ ਬਜਟ ਦੇ ਵਿੱਚ ਆ। ਸੋ ਇਹ ਲਗਾਤਾਰ ਦੂਜੇ ਤੀਜੇ ਸਾਲ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਕੈਲੀਫੋਰਨੀਆ ਦਾ ਬਜਟ ਸਰਪਲਸ ਦੇ ਵਿੱਚ ਜਾ ਰਿਹਾ ਆ। ਪੈਨਡੈਮਿਕ ਦੇ ਦੌਰਾਨ ਕੈਲੀਫੋਰਨੀਆ ਨੇ ਚੰਗੀ ਕਮਾਈ ਆਪਾਂ ਕਹਿ ਸਕਦੇ ਹਾਂ ਵੀ ਇਸ ਦੇ ਵਿੱਚ ਕੀਤੀ ਆ। ਹੁਣ ਤੁਸੀਂ ਚਾਹੇ ਪ੍ਰਾਪਰਟੀਆਂ ਜਿਹੜੀਆਂ ਖਰੀਦੀਆਂ ਉਸ 'ਤੇ ਪ੍ਰਾਪਰਟੀ ਟੈਕਸ ਕਹਿ ਲਓ ਜਾਂ ਉਹ ਸਾਰੀਆਂ ਚੀਜ਼ਾਂ ਕਹਿ ਲਓ, ਸੇਲਸ ਟੈਕਸ, ਗੈਸ ਟੈਕਸ, ਹੋਰ ਕਈ ਕੁਛ ਜਿਹੜਾ ਇਸ ਸਾਰੇ ਕਾਸੇ ਦੇ ਵਿੱਚ ਵੱਧਦਾ ਰਿਹਾ ਆ। ਪਰ ਓਵਰਆਲ $45.7 ਬਿਲੀਅਨ ਜਿਹੜਾ ਸਰਪਲਸ ਦੇ ਵਿੱਚ ਇਸ ਟਾਈਮ ਮੋਸਟ ਪੋਪੂਲਰ ਸਟੇਟ ਜਿਹੜੀ ਯੂਐਸ ਦੀ ਹੈ ਕੈਲੀਫੋਰਨੀਆ ਉਹ ਜਾ ਰਹੀ ਹੈਗੀ ਆ। ਜੀ। ਸੋ ਇਹਦੇ 'ਚੋਂ ਦੱਸਦੇ ਜਾਈਏ $2.7 ਬਿਲੀਅਨ ਕੋਵਿਡ ਟੈਸਟਿੰਗ ਤੇ ਵੈਕਸੀਨੇਸ਼ਨ ਦੇ ਲਈ ਰੱਖਿਆ ਗਿਆ ਆ। 1.4 ਬਿਲੀਅਨ ਇਮੀਡੀਏਟ ਐਮਰਜੈਂਸੀ ਅਪਰੋਪਰੀਏਸ਼ਨ ਦੇ ਲਈ। ਇਸ ਵੇਲੇ ਸਭ ਤੋਂ ਵੱਡੀ ਪ੍ਰੋਬਲਮ ਕੈਲੀਫੋਰਨੀਆ ਨਹੀਂ, ਪੂਰੇ USA ਦੇ ਵਿੱਚ ਇਹ ਆ ਵੀ ਟੈਸਟਿੰਗ ਦੇ ਲਈ ਅਪਾਇੰਟਮੈਂਟਸ ਨਹੀਂ ਮਿਲ ਰਹੀਆਂ। 2-2 3-3 ਵੀਕ ਡਿਲੇ ਹੈਗੀਆਂ ਜਿਹੜੇ ਫ੍ਰੀ ਵਾਲੇ ਟੈਸਟਿੰਗ ਆ। ਤੇ ਜੇ ਤੁਸੀਂ ਪੈਸੇ ਦੇ ਕੇ ਕਰਾਣੇ ਆ ਉਹਦੇ ਲਈ ਵੀ 2-2 3-3 ਦਿਨ ਲੱਗ ਜਾਂਦੇ ਆ। ਪਰ ਉਹ $300 ਸਭ ਲੱਗਾ ਦਾ ਲਾਉਂਦੇ, ਕੋਈ $200, ਕੋਈ 300, ਕੋਈ $350 ਚਾਰਜ ਕਰ ਰਿਹਾ ਹੈਗਾ। $1.2 ਬਿਲੀਅਨ ਜਿਹੜਾ ਵਾਈਲਡ ਫਾਇਰ ਮਿਟੀਗੇਸ਼ਨ ਦੇ ਲਈ ਰੱਖਿਆ 2 ਸਾਲਾਂ ਦੇ ਲਈ। 750 ਮਿਲੀਅਨ ਡਰਾਊਟ ਰਿਲੀਫ ਦੇ ਲਈ। ਇਹ ਸੈਂਟਰਲ ਵੈਲੀ 'ਚ ਇਹਦਾ ਬਹੁਤ ਫਾਇਦਾ ਹੋਊਗਾ। $2 ਬਿਲੀਅਨ ਮੈਂਟਲ ਹੈਲਥ ਸਰਵਿਸ ਫॉर ਹੋਮਲੈਸ ਪੀਪਲ ਤੇ ਕਲੀਅਰਿੰਗ ਇਨਕੰਪੈਂਟਸ। $2 ਬਿਲੀਅਨ ਗ੍ਰਾਂਟ ਤੇ ਟੈਕਸ ਕ੍ਰੈਡਿਟ ਹੋਰ ਅਫੋਰਡੇਬਲ ਹਾਊਸਿੰਗ ਦੇ ਲਈ। $1.6 ਬਿਲੀਅਨ ਕਮਿਊਨਿਟੀ ਕਾਲਜਸ ਦੇ ਲਈ। ਇਹਦੇ ਵਿੱਚੋਂ $83 ਮਿਲੀਅਨ ਉਹਨੇ ਵੇਕਰਸਫੀਲਡ ਜਿਹੜੀ ਯੂਨੀਵਰਸਿਟੀ ਆ CSU ਵੇਕਰਸਫੀਲਡ ਉਹਨੂੰ ਦਿੱਤਾ ਆ। ਉੱਥੇ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਆਇਲ ਤੇ ਗੈਸ ਦੇ ਨਾਲ ਰਿਲੇਟਡ ਜੌਬਸ ਬੇਕਰਸਫੀਲਡ 'ਚ ਆ। ਹਾਲਾਂਕਿ ਆਪਾਂ ਪੰਜਾਬੀਆਂ ਦੇ ਪੱਖ ਤੋਂ ਸੋਚਿਆ ਜਾਵੇ ਬਹੁਤ ਟਰੱਕਰਸ ਉੱਥੇ ਆ, ਪਰ ਆਇਲ ਇੰਡਸਟਰੀ ਬਹੁਤ ਵੱਡੀ ਆ। ਸੋ ਉਹ ਤੋਂ ਕਨਵਰਟ ਕਰਨਾ ਆ ਜਿਹੜਾ ਉਸ ਲੋਕਾਂ ਨੂੰ ਉਹਨਾਂ ਨੂੰ ਟ੍ਰੇਨ ਕਰਨਾ ਆ, ਤਾਂ ਉਸ ਯੂਨੀਵਰਸਿਟੀ ਦੇ ਵਿੱਚ ਇਹ ਪ੍ਰੋਗਰਾਮ ਸੈਟਅਪ ਕੀਤਾ ਗਿਆ। $3 ਬਿਲੀਅਨ ਡਾਊਨ ਪੇਮੈਂਟ ਅਨਪਲਾਇਮੈਂਟ ਇੰਸ਼ੋਰੈਂਸ ਦੇ ਲਈ। ਹਾਲਾਂਕਿ ਅਨਪਲਾਇਮੈਂਟ ਇੰਸ਼ੋਰੈਂਸ ਇਹਨਾਂ ਦਾ ਫੇਲਡ ਪ੍ਰੋਗਰਾਮ ਸੀ ਤੇ ਗਵਰਨਰ ਦੀ ਕਾਫੀ ਖਿੱਚਾਤੂਈ ਵੀ ਉਹਦੇ ਵਿੱਚ ਹੋਈ ਹੈਗੀ ਆ। $6 ਬਿਲੀਅਨ ਜ਼ੀਰੋ ਐਮਿਸ਼ਨ ਵਹੀਕਲਸ ਤੇ ਚਾਰਜਿੰਗ ਇਨਫਰਾਸਟ੍ਰਕਚਰ ਬਣਾਉਣ ਦੇ ਲਈ। $356 ਮਿਲੀਅਨ 3 ਸਾਲਾਂ 'ਚ ਇਨਕਲੂਡਿੰਗ 132 ਮਿਲੀਅਨ ਅਗਲੇ ਸਾਲ ਲਾ ਇਨਫੋਰਸਮੈਂਟ ਟੂ ਕੰਬੈਟ ਰੀਟੇਲ ਕ੍ਰਾਈਮ ਦੇ ਲਈ। ਸੋ ਬਹੁਤ ਬਦਨਾਮੀ ਹੋਈ ਕੈਲੀਫੋਰਨੀਆ ਦੀ, ਕੈਲੀਫੋਰਨੀਆ ਦੇ ਲੋਕਾਂ ਦੀ ਵੀ ਹੋਈ, ਕੈਲੀਫੋਰਨੀਆ ਦੀ ਪੋਲੀਟੀਸ਼ੀਅਨਾਂ ਦੀ ਵੀ ਹੋਈ।
ਕਿਉਂਕਿ ਇਹਨਾਂ ਨੇ ਰੂਲ ਇੰਨੇ ਰਿਲੈਕਸ ਕਰਤੇ ਸੀ ਚੋਰੀ ਦੇ ਮਾਮਲੇ ਦੇ ਵਿੱਚ, ਤੇ ਪੁਲਿਸ ਵਾਲੇ ਫੜਦੇ ਨਹੀਂ ਸੀ, ਕਹਿੰਦੇ ਜੇ ਅਸੀਂ ਫੜਦੇ ਹਾਂ ਤੇ ਉਹਨਾਂ ਨੇ ਅੰਦਰ ਨਹੀਂ ਹੋਣਾ, ਉਹਨੇ ਛੁੱਟ ਜਾਣਾ ਹੈ। ਸੋ ਪਿੱਛੇ ਰੋਬਰੀਆਂ ਬਹੁਤ ਹੋਈਆਂ ਸ਼ਰੇਆਮ ਦਿਨ ਨੂੰ। ਸੋ ਉਹਨੂੰ ਦੇਖਦੇ ਹੋਏ ਹੁਣ 356 ਮਿਲੀਅਨ ਡਾਲਰ ਆਉਣ ਵਾਲੇ 3 ਸਾਲਾਂ 'ਚ ਸਟੇਟ ਆਫ ਕੈਲੀਫੋਰਨੀਆ ਸਪੈਂਡ ਕਰੂਗੀ। ਜੀ, ਬਿਲਕੁਲ। ਸੋ ਇਹਨਾਂ ਨੇ ਹਰਜੋਤ ਸਿੰਘ ਜੀ ਇਸ ਵਾਰ ਇਹ ਜਿਹੜਾ ਕਹਿ ਰਹੇ ਆ ਵੀ ਜਿਹੜਾ ਗੈਸ ਟੈਕਸ ਵਧਾਉਣਾ ਸੀਗਾ ਇਸ ਸਾਲ ਦੇ ਵਿੱਚ, ਉਸ ਦੇ ਉੱਤੇ ਹਾਲ ਦੀ ਘੜੀ ਇਹਨਾਂ ਨੇ ਹੋਲਡ ਜਿਹੜਾ ਉਹ ਲਾ ਦਿੱਤਾ ਹੈਗਾ ਆ। ਸੋ ਮੇ ਬੀ ਗੈਸ ਪ੍ਰਾਈਸਾਂ ਆਲਰੇਡੀ ਲੋਕਾਂ ਦਾ ਲੱਕ ਜਿਹੜੀਆਂ ਤੋੜ ਰਹੀਆਂ ਆ, ਤੇ ਜੇ ਹੋਰ ਵੱਧ ਜਾਂਦਾ ਤਾਂ ਹਾਹਾਕਾਰ ਤਾਂ ਜਿਹੜੀ ਉਹ ਪਹਿਲੋਂ ਹੀ ਜਿਹੜੀ ਉਹ ਮਚਣੀ ਸੀ। ਇਸ ਗੱਲੋਂ ਇਹਨਾਂ ਨੇ ਥੋੜ੍ਹਾ ਜਿਹਾ ਲੋਕਾਂ ਨੂੰ ਆਰਾਮ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਇਹ ਵੀ ਆਪਾਂ ਇਸ ਨੂੰ ਇਲੈਕਸ਼ਨ ਈਅਰ ਦੇ ਨਾਲ ਵੀ ਚਾਹੇ ਜੋੜ ਕੇ ਆਪਾਂ ਦੇਖ ਸਕਦੇ ਹੈਗੇ ਆ। ਇੱਕ ਜਿਹੜਾ ਹੋਰ ਨਵਾਂ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਲਿਆਉਣ ਬਾਰੇ ਜਿਹੜਾ ਸੋਚ ਰਹੇ ਆ, ਸਾਰੇ ਹੀ ਇਮੀਗ੍ਰੈਂਟਸ ਦੀ ਜਿਹੜੀ ਹੈਲਥ ਕਵਰੇਜ ਆ ਉਸ ਨੂੰ ਜਿਹੜੇ ਗਵਰਨਰ ਨਿਊਸਮ ਆ ਉਹ ਚਾਹੁੰਦੇ ਆ ਵੀ ਹੁਣ ਉਸ ਨੂੰ ਜਿਹੜਾ ਕੀਤਾ ਜਾਵੇ। ਆਲਰੇਡੀ ਜਿਹੜੇ 50 ਸਾਲ ਤੋਂ ਵੱਧ ਦੀ ਉਮਰ ਵਾਲੇ ਆ, ਚਾਹੇ ਉਹ ਇਲੀਗਲ ਵੀ ਹੈਗੇ ਨੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਉਹ ਰਹਿ ਰਹੇ, ਉਹਨਾਂ ਦੀ ਕਵਰੇਜ ਜਿਹੜੀ ਆ ਉਹ ਹੁੰਦੀ ਆ। ਤੇ ਹੁਣ ਕਹਿੰਦੇ ਆ ਵੀ ਜਿਹੜੇ ਇਨਕਮ ਦੇ ਹਿਸਾਬ ਦੇ ਨਾਲ ਲੋ ਇਨਕਮ ਰੈਜ਼ੀਡੈਂਟਸ ਜਿਹੜੇ ਇੱਥੇ ਰਹਿ ਰਹੇ ਆ ਕੈਲੀਫੋਰਨੀਆ ਦੇ ਵਿੱਚ, ਚਾਹੇ ਉਹ ਇਲੀਗਲ ਵੀ ਆ, ਉਹਨਾਂ ਦੇ ਉੱਤੇ ਉਹਨਾਂ ਨੂੰ ਜਿਹੜੀ ਆ ਉਹ ਹੈਲਥ ਕੇਅਰ ਜਿਹੜੀ ਉਹ ਪ੍ਰੋਵਾਈਡ ਕਰਨ ਬਾਰੇ ਸੋਚ ਰਹੇ ਹੈਗੇ ਆ। ਸੋ ਉਧਰ ਬਿਜ਼ਨਸਿਸ ਦੇ ਟੈਕਸ ਦੀ ਕਟੌਤੀ ਦੀ ਇਹਨਾਂ ਨੇ ਗੱਲ ਕੀਤੀ ਆ, ਤੇ ਜਿਹੜਾ ਗੈਸ ਟੈਕਸ ਜਿੱਦਾਂ ਮੈਂ ਦੱਸਿਆ ਸੀ ਇਸ ਸਮਰ ਦੇ ਵਿੱਚ ਵਧਣਾ ਸੀ, ਉਸ ਨੂੰ ਇਹਨਾਂ ਨੇ ਹਾਲਟ ਕਰਨ ਬਾਰੇ ਗੱਲ ਆਖੀ ਹੈਗੀ ਆ। ਸੋ ਇਹ ਹੁਣ ਨਵਾਂ ਜਿਹੜਾ ਇੱਕ ਹਿਸਾਬ ਦੇ ਨਾਲ ਫਿਰ ਹਰਜੋਤ ਸਿੰਘ ਜੀ ਵਿਵਾਦ ਜਿਹੜਾ ਉਹ ਛਿੜੇਗਾ ਵੀ ਜਿਹੜੇ ਇਲੀਗਲ ਤੌਰ ਦੇ ਉੱਤੇ ਕੈਲੀਫੋਰਨੀਆ 'ਚ ਰਹਿ ਰਹੇ ਆ, ਉਹਨਾਂ ਦੀ ਜਿਹੜੀ ਹੈਲਥ ਕੇਅਰ ਆ ਉਹ ਕਿਉਂ ਜਿਹੜੀ ਹੋ ਰਹੀ ਆ, ਜਾਂ ਕੋਈ ਹੱਕ 'ਚ ਹੋਣਗੇ, ਕੁਛ ਇਸ ਦੇ ਜਿਹੜੇ ਅਗੇਂਸਟ ਵੀ ਹੋਣਗੇ। ਇਸ ਦੀ ਕੁੱਲ ਲਾਗਤ 2.2 ਬਿਲੀਅਨ ਹਰ ਸਾਲ ਜਿਹੜੀ ਆ ਕੈਲੀਫੋਰਨੀਆ ਦੇ ਉੱਤੇ ਪੈਣ ਜਾ ਰਹੀ ਆ। ਇਹ ਆਈ ਥਿੰਕ ਇਸ ਲਈ ਵੀ ਕਰਨਾ ਜਿਹੜਾ ਉਹ ਚਾਹ ਰਹੇ ਆ ਵੀ ਸਰਪਲਸ ਦੇ ਵਿੱਚ ਵੀ ਜਿਹੜਾ ਉਹ ਨਾਲ ਦੇ ਨਾਲ ਜਾ ਰਹੇ ਆ। ਉਧਰ ਜਿਹੜੇ ਐਗਜ਼ਿਸਟੈਂਸ਼ੀਅਲ ਥ੍ਰੈਟ ਜਿਹੜੇ ਹੈਗੇ, ਜਿਨ੍ਹਾਂ ਵਿੱਚ ਆਪਾਂ ਦੇਖ ਰਹੇ ਹਾਂ ਵੀ ਪੈਨੇਡੈਮਿਕ, ਵਾਈਲਡ ਫਾਇਰ ਤੇ ਡਰਾਊਟ, ਇਹ ਤਿੰਨੇ ਹੀ ਚੀਜ਼ਾਂ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਲੋਕਾਂ ਦਾ, ਸ਼ਹਿਰਾਂ ਦਾ ਜਿਹੜਾ ਉਹ ਲਗਾਤਾਰ ਹੋ ਰਿਹਾ ਆ। ਸੋ ਉਸ ਦੇ ਲਈ ਵੀ ਇਹਨਾਂ ਨੇ ਜਿਹੜਾ ਕਾਫੀ ਇਸ ਦੇ ਵਿੱਚ ਰਾਸ਼ੀ ਜਿਹੜੀ ਉਹ ਰੱਖਣ ਦੀ ਗੱਲ ਆਖੀ ਹੈਗੀ ਆ। ਸੋ ਕੈਲੀਫੋਰਨੀਆ ਦੇ ਵਿੱਚ ਜਿਹੜਾ ਇਸ ਬਜਟ ਨੂੰ ਲੈ ਕੇ ਹੁਣ ਜਿਹੜੀ ਚਰਚਾ ਆਉਣ ਵਾਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਕਾਫੀ ਜਿਹੜੀ ਆ ਉਹ ਤੇਜ਼ ਹੋਵੇਗੀ। ਆਉਣ ਵਾਲੇ ਕਈ ਹਫ਼ਤੇ, ਮਹੀਨੇ ਜਿਹੜੇ ਆ ਉਹਨਾਂ ਨੇ ਆਪਣੇ ਸਾਥੀ ਡੈਮੋਕ੍ਰੇਟਸ ਆ ਉਹਨਾਂ ਨੂੰ ਵੀ ਇਸ ਨੂੰ ਮਨਾਉਣ ਦੇ ਲਈ ਜਿਹੜੇ ਉਹ ਲਾਉਣੇ ਆ। ਇਹ ਜ਼ਰੂਰੀ ਨਹੀਂ ਆ ਵੀ ਇਹ ਜਿਹੜਾ ਪ੍ਰਪੋਜ਼ਲ ਦੇ ਵਿੱਚ ਜੋ ਵੀ ਇਹਨਾਂ ਨੇ ਲਿਖਿਆ ਆ ਉਹੀ ਸਾਰਾ ਕੁਝ ਅਪਰੂਵ ਹੋ ਜਾਣਾ। ਬਹੁਤ ਸਾਰੀਆਂ ਚੀਜ਼ਾਂ ਅਖੀਰਲੇ ਤਰੀਕ ਤੱਕ ਵੀ ਜਿਹੜੀਆਂ ਉਹ ਚੇਂਜਸ ਆ ਸਕਦੀਆਂ ਨੇ ਜੀ। ਸੋ 2019 ਦੇ ਵਿੱਚ ਕੈਲੀਫੋਰਨੀਆ ਸਟੇਟ ਨੇ ਜਿਹੜੇ 26 ਸਾਲ ਤੋਂ ਥੱਲੇ ਤੇ 50 ਸਾਲ ਤੋਂ ਉੱਪਰ ਆ, ਉਹਨਾਂ ਦੇ ਲਈ ਇੰਸ਼ੋਰੈਂਸ ਫ੍ਰੀ ਕੀਤੀ ਸੀ, ਜਿਹੜੇ ਅਨਡਾਕੂਮੈਂਟਡ ਹੈਗੇ ਆ ਜਾਂ ਉਹਨਾਂ ਦੀ ਇਨਕਮ ਦੇ ਬੇਸ ਦੇ ਉੱਤੇ। ਹੁਣ ਇਸ ਨੂੰ ਉਹ ਪੂਰੀ ਤਰ੍ਹਾਂ ਪਰਮਾਨੈਂਟ ਕਰਨਾ ਚਾਹੁੰਦੇ, ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ 2.2 ਬਿਲੀਅਨ ਡਾਲਰ ਸਪੈਂਡ ਕਰਨਾ ਚਾਹੁੰਦੇ ਆ। ਕੈਲੀਫੋਰਨੀਆ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇੱਕ ਡਰਾਊਟ ਦੀ ਆ ਤੇ ਇੱਕ ਫਾਇਰ ਦੀ ਹੈਗੀ ਆ। ਸੋ ਦੋਨਾਂ ਦੇ ਉੱਤੇ ਕਾਫੀ ਜ਼ਿਆਦਾ ਅਮਾਊਂਟ ਉਹ ਸਪੈਂਡ ਕਰਨ ਜਾ ਰਹੇ ਆ। ਸੋ ਹੋਪਫੁਲੀ ਇਹਦੇ ਨਾਲ ਕਾਫੀ ਜਿਹੜਾ ਸਟੇਟ ਆ ਉਸ ਨੂੰ ਫਾਇਦਾ ਹੋਊਗਾ। 22.5 ਬਿਲੀਅਨ ਡਾਲਰ ਹਰਜੋਤ ਸਿੰਘ ਜੀ ਜਿਹੜੇ ਕਲਾਈਮੇਟ ਕ੍ਰਾਈਸਿਸ ਦੇ ਵਿੱਚ ਇਹ ਦੋਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਉਹ ਸਪੈਂਡ ਕਰਨ ਬਾਰੇ ਉਹ ਸੋਚ ਰਹੇ ਹੈਗੇ ਆ। ਜੀ ਬਿਲਕੁਲ। ਸੋ ਇਹ ਵਧੀਆ ਸਟੈਪ ਹੈਗਾ। ਬਾਕੀ ਦੇਖਦੇ ਵੀ ਕਿੰਨਾ ਕੁ ਜਿਹੜਾ ਅੱਗੇ ਆਉਂਦਾ। ਤੇ ਜੀ ਜੀ ਹਰਜੋਤ ਸਿੰਘ ਜੀ, ਅਗਲੀ ਖਬਰ ਸਕੂਲਸ ਨੂੰ ਲੈ ਕੇ ਆ। ਕੋਵਿਡ ਤੇ ਨਵੇਂ ਰੂਲ ਕੈਲੀਫੋਰਨੀਆ ਸਕੂਲ ਓਪਨਿੰਗਸ ਦੇ ਲਈ ਇੱਕ ਬਹੁਤ ਹੈਡਿਕ ਬਣਿਆ ਹੋਇਆ ਹੈਗਾ। ਹੁਣ ਕੀ ਹੁੰਦਾ ਵੀ ਕਈ ਵਾਰੀ ਬੱਚੇ, ਜੇ ਇੱਕ ਬੱਚਾ ਵੀ ਪੋਜ਼ੀਟਿਵ ਆ ਜਾਂਦਾ ਆ, ਸੋ ਸਾਰੇ ਉਹਨਾਂ ਦੀ ਕਲਾਸ ਨੂੰ ਜਾਂ ਸਕੂਲ ਨੂੰ ਜਿੰਨੇ ਵੀ ਕੰਟੈਕਟ 'ਚ ਆਏ ਆ ਉਹਨਾਂ ਨੂੰ ਛੁੱਟੀ ਕਰ ਦਿੱਤੀ ਜਾਂਦੀ ਆ ਵੀ 5 ਦਿਨ ਘਰ ਰਹੋ। ਆਪਾਂ ਸਵੇਰੇ ਵੀ ਖਬਰਾਂ ਕੀਤੀਆਂ ਸੀ ਵੀ ਕਾਫੀ ਕਸ਼ਮਕਸ਼ ਸਿਟੀ, ਸਟੇਟ ਤੇ ਟੀਚਰਸ ਯੂਨੀਅਨ ਦੇ ਵਿੱਚ ਚੱਲ ਰਹੀ ਆ। ਬਹੁਤ ਸਾਰੇ ਟੀਚਰਸ ਯੂਨੀਅਨਸ ਆ, ਉਹ ਕਹਿ ਰਿਹਾ ਵੀ ਅਸੀਂ ਇਨ ਹਾਊਸ ਕਲਾਸਿਸ ਨਹੀਂ ਲਾਉਣੀਆਂ, ਤੇ ਪਰ ਪ੍ਰੈਸ਼ਰ ਉਹਨਾਂ ਦੇ ਪੈ ਰਿਹਾ ਵੀ ਨਹੀਂ ਕਲਾਸਾਂ ਲਾਓ, ਤੇ ਕਾਫੀ ਜ਼ਿਆਦਾ ਅਸਰ ਪੈ ਰਿਹਾ ਹੈਗਾ। ਸੋ ਹਜੇ ਕੋਈ ਕਲੀਅਰ ਨਹੀਂ ਹੈ ਵੀ ਕਿਸ ਤਰ੍ਹਾਂ ਚੱਲ ਰਿਹਾ ਹੈਗਾ।
ਜੀ ਬਿਲਕੁਲ ਹਰਜੋਤ ਸਿੰਘ ਜੀ ਇਨ ਪਰਸਨ ਕਲਾਸਿਸ ਦੇ ਉੱਤੇ ਜ਼ੋਰ ਜਿਹੜਾ ਉਹ ਲਾਇਆ ਜਾ ਰਿਹਾ ਹੈਗਾ ਆ ਉਸ ਨੂੰ ਪੂਰੀਆਂ ਕਰਨ ਦੇ ਲਈ ਜਿਹੜੇ ਐਟ ਹੋਮ ਟੈਸਟ ਕਿਟਸ ਆ ਉਹਨਾਂ ਨੂੰ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਦੇਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਆ ਪਰ ਉਸ ਦੇ ਵਿੱਚ ਕਾਫੀ ਮੁਸ਼ਕਲ ਆ ਕਿਉਂਕਿ ਡਿਮਾਂਡ ਜ਼ਿਆਦਾ ਆ ਸਪਲਾਈ ਜਿਹੜੀ ਘੱਟ ਆ ਅੱਜ ਐਗਜ਼ੀਕਿਊਟਿਵ ਆਰਡਰ ਵੀ ਗਵਰਨਰ ਨਿਊਸਮ ਨੇ ਜਾਰੀ ਕੀਤਾ ਪ੍ਰਾਈਸ ਗੋਜਿੰਗ ਦੇ ਮਾਮਲੇ ਦੇ ਵਿੱਚ ਜਿਹੜੇ ਐਟ ਹੋਮ ਟੈਸਟ ਕਿਟਸ ਹੈਗੀਆਂ ਆ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ 10% ਤੋਂ ਵੱਧ ਜੇ ਕੋਈ ਵੀ ਰੀਟੇਲਰ ਇਸ ਨੂੰ ਵੇਚਦਾ ਹੈ ਪ੍ਰਾਈਸ ਦੇ ਨਾਲੋਂ ਵੱਧ ਤਾਂ ਉਸ ਦੀ ਸ਼ਿਕਾਇਤ ਜਿਹੜੀ ਕਰੋ ਡਿਪਾਰਟਮੈਂਟ ਆਫ ਜਸਟਿਸ ਲੋਕਲ ਲਾ ਐਨਫੋਰਸਮੈਂਟ ਡਿਸਟ੍ਰਿਕਟ ਅਟਰਨੀਜ਼ ਇਹਨਾਂ ਸਾਰਿਆਂ ਨੂੰ ਉਹਨਾਂ ਨੇ ਜਿਹੜੀ ਉਹ ਖੁੱਲ੍ਹ ਦਿੱਤੀ ਆ ਵੀ ਤੁਸੀਂ ਅਜਿਹੇ ਮਾਮਲਿਆਂ ਦੇ ਉੱਤੇ ਨਜ਼ਰ ਜਿਹੜੀ ਉਹ ਰੱਖੋ ਜੇ ਕੋਈ ਸ਼ਿਕਾਇਤ ਆਉਂਦੀ ਹੈ ਤੇ ਉਸ ਦੇ ਉੱਤੇ ਕਾਰਵਾਈ ਜਿਹੜੀ ਉਹ ਕਰੋ ਸੋ ਦੇਖੋ ਆਉਣ ਵਾਲੇ ਸਮੇਂ 'ਚ ਇਸ ਦੇ ਵਿੱਚ ਕੀ ਬਣਦਾ ਹੈਗਾ ਆ ਦਸੰਬਰ 'ਚ ਇਹਨਾਂ ਨੇ ਕਿਹਾ ਸੀਗਾ ਵੀ 5 ਮਿਲੀਅਨ ਟੈਸਟ ਕਿਟਸ ਜਿਹੜੀਆਂ ਅਸੀਂ ਲੈ ਕੇ ਆਵਾਂਗੇ ਪਰ ਹਾਲ ਦੀ ਘੜੀ ਉਸ ਚੀਜ਼ ਨੂੰ ਪ੍ਰਦਾਨ ਕਰਨ ਦੇ ਵਿੱਚ ਇਹ ਨਾਕਾਮਯਾਬ ਹੀ ਰਹੇ ਨੇ ਜੀ ਅਗਲੀ ਖਬਰ ਟੁਲੈਰੀ ਤੋਂ ਆ ਰਹੀ ਹੈ ਜਿੱਥੇ ਕਿ 7 ਜਾਣਿਆਂ ਨੂੰ ਅਰੈਸਟ ਕੀਤਾ ਗਿਆ ਆ ਉਹਨਾਂ ਨੇ ਵੈਲਫੇਅਰ ਫਰਾਡ ਕੀਤਾ ਹੈਗਾ ਸਾਰਿਆਂ ਨੂੰ ਪਤਾ ਵੀ ਅਨਪਲਾਈਮੈਂਟ ਫਰਾਡ ਤਾਂ ਕੈਲੀਫੋਰਨੀਆ 'ਚ ਹੋਇਆ ਸੀ ਇਹ ਵੈਲਫੇਅਰ ਫਰਾਡ ਦੇ ਅੰਡਰ $7,10,854 ਦਾ ਫਰਾਡ ਕੀਤਾ ਡਿਸਟ੍ਰਿਕਟ ਅਟਾਰਨੀ ਬਿਊਰੋ ਆਫ ਇਨਵੈਸਟੀਗੇਸ਼ਨ ਇਹਨਾਂ ਨੇ ਕ੍ਰਿਮੀਨਲ ਚਾਰਜਸ 7 ਜਾਣਿਆਂ ਦੇ ਉੱਤੇ ਲਾਏ ਆ ਵੀ ਜਦੋਂ ਉਹਨਾਂ ਨੇ ਵੈਲਫੇਅਰ ਲਈ ਅਪਲਾਈ ਕੀਤਾ ਉਹ ਝੂਠ ਐਪਲੀਕੇਸ਼ਨਾਂ ਭਰੀਆਂ ਆਪਣੀ ਇਨਕਮ ਪੂਰੀ ਨਹੀਂ ਦੱਸੀ ਤੇ ਦੂਸਰੇ ਪਾਸੇ ਆਪਣੀ ਫੈਮਿਲੀ ਸਾਈਜ਼ ਦੀ ਵੀ ਜਿਹੜਾ ਗਲਤ ਦੱਸਿਆ ਇਸ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਜੀ ਹਾਂ ਬਿਲਕੁਲ ਸੋ ਬਹੁਤ ਵਾਰੀ ਕਹਿੰਦੇ ਆ ਵੀ ਜਿਹੜੇ ਖਾਸ ਕਰਕੇ ਬਜ਼ੁਰਗਾਂ ਦੀ ਦੇਖਭਾਲ ਦੇ ਲਈ ਬਣਾਏ ਗਏ ਇਦਾਂ ਦੇ ਸੈਂਟਰ ਹੁੰਦੇ ਆ ਉਹਦੇ ਵਿੱਚ ਵੀ ਬਹੁਤ ਧਾਂਦਲੀ ਜਿਹੜੀ ਉਹ ਕੀਤੀ ਜਾਂਦੀ ਹੈਗੀ ਆ ਵੱਖ-ਵੱਖ ਅਲੱਗ-ਅਲੱਗ ਬਿਮਾਰੀਆਂ ਜਿਹੜੀਆਂ ਦਿਖਾ ਕੇ ਜਦ ਕਿ ਉਹ ਚੀਜ਼ ਹੋਈ ਵੀ ਨਹੀਂ ਹੁੰਦੀ ਤੇ ਉਸ ਦੇ ਨਾਂ ਦੇ ਉੱਤੇ ਸਰਕਾਰ ਦੇ ਕੋਲੋਂ ਪੈਸੇ ਹਥਿਆਏ ਜਾਂਦੇ ਰਹੇ ਨੇ ਤੇ ਅਜੇ ਵੀ ਇਦਾਂ ਦਾ ਕੰਮ ਜਿਹੜਾ ਉਹ ਚੱਲੀ ਜਾ ਰਿਹਾ ਹੈਗਾ ਆ ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲਾ ਇੱਕ ਜ਼ਰੂਰ ਬਹੁਤ ਇੰਪੋਰਟੈਂਟ ਖਬਰ ਸਾਂਝੀ ਕਰਨੀ ਹੈ ਯੂਐਸ ਨੇ ਅੱਜ ਟਰੈਵਲ ਵਾਰਨਿੰਗ ਇਸ਼ੂ ਕੀਤੀ ਹੈ ਯੂ ਡੂ ਨਾਟ ਟਰੈਵਲ ਟੂ ਕੈਨੇਡਾ ਸੋ ਯੂਐਸਏ ਨੇ ਕਿਹਾ ਵੀ ਕਰੋਨਾ ਵਾਇਰਸ ਨੂੰ ਲੈ ਕੇ ਜੇ ਤੁਹਾਨੂੰ ਐਮਰਜੈਂਸੀ ਆ ਫੇਰ ਹੀ ਜਾਓ ਨਹੀਂ ਤਾਂ ਕੈਨੇਡਾ ਨੂੰ ਟਰੈਵਲ ਕਰਨ ਨਾ ਜਾਓ ਯੂਐਸ ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਤੇ ਯੂਐਸ ਸਟੇਟ ਡਿਪਾਰਟਮੈਂਟ ਦੋਨਾਂ ਨੇ ਇਹ ਟਰੈਵਲ ਐਡਵਾਈਜ਼ਰੀ ਇਸ਼ੂ ਕੀਤੀ ਆ ਕਹਿੰਦੇ ਪਈ ਲੈਵਲ 4 ਜਿਹਨੂੰ ਕਹਿ ਦਿੰਦੇ ਆ ਟਰੈਵਲ ਰਿਕਮੈਂਡੇਸ਼ਨ ਵੈਰੀ ਹਾਈ ਫॉर ਕੈਨੇਡਾ ਟੈਲਿੰਗ ਅਮਰੀਕਨ ਦੈਟ ਦੇ ਸ਼ੁੱਡ ਅਵਾਇਡ ਟਰੈਵਲ ਸੋ ਪਲੀਜ਼ ਜਿੰਨੇ ਵੀ ਸਰੋਤੇ ਸੁਣ ਰਹੇ ਆ ਆਪਾਂ ਢਿੱਲੇ ਬਹੁਤ ਪਏ ਹੋ ਕਈ ਲੋਕ ਹੁਣ ਵਿਆਹਾਂ ਨੂੰ ਹੋਰ ਆਣਾ ਜਾਣਾ ਖੁੱਲ੍ਹ ਗਏ ਹੈਗੇ ਆ ਪਰ ਜਿਸ ਤਰ੍ਹਾਂ ਕੇਸਾਂ ਦੀ ਗਿਣਤੀ ਵਧੀ ਹੈਗੀ ਆ ਕੈਲੀਫੋਰਨੀਆ ਦਾ ਤੁਹਾਨੂੰ ਦੱਸਿਆ ਪੂਰੇ ਯੂਐਸਏ ਦਾ ਵੀ ਬੁਰਾ ਹਾਲ ਆ ਸੋ ਹੁਣ ਕੈਨੇਡਾ ਦੇ ਲਈ ਟਰੈਵਲ ਐਡਵਾਈਜ਼ਰੀ ਇਸ਼ੂ ਕਰ ਦਿੱਤੀ ਹੈ ਯੂਐਸ ਨੇ ਜੀ ਬਿਲਕੁਲ ਹਰਜੋਤ ਸਿੰਘ ਜੀ ਮੈਨੂੰ ਲੱਗਦਾ ਬਹੁਤ ਘੱਟ ਹੋਇਆ ਵੀ ਕੈਨੇਡਾ ਨੂੰ ਇਸ ਲੈਵਲ ਦੇ ਵਿੱਚ ਉਹਨਾਂ ਨੇ ਟਰੈਵਲ ਐਡਵਾਈਜ਼ਰੀ ਦੇ ਵਿੱਚ ਰੱਖਿਆ ਹੋਵੇ ਅੱਜ ਹੀ ਜਿਹੜੀ ਇਹਨਾਂ ਨੇ ਜਾਰੀ ਕੀਤੀ ਹੈ ਲੈਵਲ ਕੁਝ ਘੰਟੇ ਪਹਿਲਾਂ ਹੀ ਕੀਤੀ ਹੈ ਜੀ ਬਿਲਕੁਲ ਵੀ ਡੂ ਨਾਟ ਟਰੈਵਲ ਟੂ ਕੈਨੇਡਾ ਜਦੋਂ ਕੋਵਿਡ ਪੂਰੇ ਸਿਖਰਾਂ ਦੇ ਉੱਤੇ ਸੀ ਇੰਡੀਆ ਦਾ ਵੀ ਇਸ ਜਿਹੜੀ ਕੈਟਾਗਰੀ ਦੇ ਵਿੱਚ ਉਦੋਂ ਨਾਮ ਉਹਨਾਂ ਨੇ ਜੋੜਿਆ ਸੀਗਾ ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਉੱਥੇ ਦੀ ਬਣੀ ਹੋਈ ਆ ਮਸਾਂ ਤਾਂ ਵਿਚਾਰੇ ਬਾਰਡਰ ਖੁੱਲੇ ਸੀ ਤੇ ਲੋਕੀ ਇੱਕ ਦੂਜੇ ਦੇ ਆਉਣਾ ਜਾਣਾ ਸ਼ੁਰੂ ਕਰ ਰਹੇ ਸੀ ਪਰਿਵਾਰਾਂ ਨੂੰ ਜਿਹੜਾ ਆਉਣ ਜਾਣ ਦੀ ਸਹੂਲਤ ਜਿਹੜੀ ਉਹ ਹੋ ਰਹੀ ਸੀ ਹੁਣ ਫਸੇ ਨਾ ਰਹਿ ਜਿਓ ਜਾਂ ਕੀ ਹੋਊਗਾ ਕਿੱਦਾਂ ਹੋਊਗਾ ਪਲਾਨ ਜਿਹੜੇ ਉਹ ਜ਼ਰੂਰ ਭਾਈ ਬਣਾ ਕੇ ਰੱਖੋ ਬਹੁਤ ਸਾਰੇ ਲੋਕਾਂ ਦੇ ਪਰਿਵਾਰ ਕੋਈ ਸੈਰ ਸਪਾਟੇ ਨੂੰ ਗਏ ਹੋਣਗੇ ਕੋਈ ਵਿਆਹ ਸ਼ਾਦੀ ਨੂੰ ਗਿਆ ਹੋਊਗਾ ਵੀ ਭਾਈ ਹੁਣ ਦੇਖ ਕੇ ਵੀ ਕੀ ਜਿਹੜਾ ਉਹ ਕਰਨਾ ਆ ਤੇ ਜਾਂਦੇ ਜਾਂਦੇ ਇੱਕ ਹੋਰ ਖਬਰ ਕਰਦੇ ਜਾਈਏ ਰੋਬਰਟ ਡਰਸਟ 78 ਸਾਲ ਦੀ ਉਮਰ ਦੇ ਵਿੱਚ ਸੀਗਾ ਇੱਕ ਕਨਵਿਕਟਡ ਕਿਲਰ ਸੀਗਾ ਇਸ ਦੀ ਵੀ ਕਹਿੰਦੇ ਜਿਹੜੀ ਉਹ ਮੌਤ ਹੋ ਗਈ ਆ ਕੁਝ ਸਮਾਂ ਪਹਿਲਾਂ ਹੀ ਕੁਝ ਮਹੀਨੇ ਪਹਿਲਾਂ ਹੀ ਇੱਕ ਡਾਕੂਮੈਂਟਰੀ ਦੇ ਵਿੱਚ ਇਸ ਚੀਜ਼ ਨੂੰ ਪਤਾ ਲੱਗਾ ਸੀਗਾ ਵੀ ਇਸੇ ਨੇ ਹੀ ਕਤਲ ਜਿਹੜਾ ਕੀਤਾ ਸੀ ਨਿਊਯਾਰਕ ਦਾ ਬੜਾ ਹੀ ਵੈਲਦੀ ਇੱਕ ਰੀਅਲ estate ਜਿਹੜਾ ਉਹ ਸੀਗਾ ਤੇ ਇਸ ਨੇ ਕਹਿੰਦੇ ਵੀ ਕਈ ਦਹਾਕਿਆਂ ਤੱਕ ਆਪਣੇ ਆਪ ਨੂੰ ਬਚਾ ਕੇ ਰੱਖਿਆ ਸੀਗਾ ਅੰਤ ਦੇ ਵਿੱਚ ਪਿਛਲੇ ਸਾਲ ਹੀ ਆਪਣੇ ਜਿਹੜੇ ਬੈਸਟ ਫਰੈਂਡ ਆ ਉਸ ਦੀ ਕਤਲ ਦੇ ਮਾਮਲੇ ਦੇ ਵਿੱਚ ਇਸ ਨੂੰ ਕਨਵਿਕਟ ਕੀਤਾ ਗਿਆ ਸੀ ਤੇ ਹੁਣ 78 ਸਾਲ ਦੀ ਉਮਰ ਦੇ ਵਿੱਚ ਇਸ ਦੀ ਮੌਤ ਜਿਹੜੀ ਉਹ ਹੋਈ ਆ ਕੈਲੀਫੋਰਨੀਆ ਦੇ ਪ੍ਰਿਜ਼ਨ ਦੇ ਵਿੱਚ ਹੀ ਆਪਣੀ ਜਿਹੜੀ ਕਹਿੰਦੇ ਆ ਸੈਂਟੈਂਸ ਆ ਉਹ ਪੂਰੀ ਕਰ ਰਿਹਾ ਸੀ ਤੇ ਕਿਹਾ ਜਾ ਰਿਹਾ ਵੀ ਨੈਚੁਰਲ ਕਾਜ਼ਸ ਦੇ ਕਰਕੇ ਹੀ ਇਸ ਦੀ ਮੌਤ ਹੋਈ ਹੈਗੀ ਆ
ਤੇ ਹਰਜੋਤ ਸਿੰਘ ਜੀ, ਆਪਾਂ ਜੇ ਹੁਣ ਜਾਣ ਤੋਂ ਪਹਿਲਾਂ ਦੱਸਦੇ ਜਾਈਏ ਸਟਾਕਸ ਦੇ ਵੀ ਹਾਲ। ਡਾਓ ਜੋਨ ਅੱਜ ਪਹਿਲਾਂ ਤਾਂ ਕਾਫੀ ਜ਼ਿਆਦਾ ਲੁੜਕਿਆ ਸੀ, ਫਿਰ ਮੁੜ ਕੇ ਜਿਹੜਾ ਥੋੜਾ ਜਿਹਾ ਉੱਤੇ ਆਇਆ, ਪਰ ਓਵਰਆਲ ਅੱਜ ਨੈਗੇਟਿਵ ਦੇ ਵਿੱਚ ਹੀ ਰਿਹਾ। 163 ਪੁਆਇੰਟਾਂ ਦੀ ਗਿਰਾਵਟ ਤੋਂ ਬਾਅਦ ਚ 36,069 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 7 ਪੁਆਇੰਟ ਦੀ ਗਿਰਾਵਟ ਤੋਂ ਬਾਅਦ 4670 ਤੇ ਨੈਸਡੈਕ 7 ਪੁਆਇੰਟ ਵੱਧ ਕੇ 14,943 ਤੇ ਬੰਦ ਹੋਇਆ। ਸੋਨੇ ਦਾ ਭਾਅ $1,804 ਪ੍ਰਤੀ ਆਉਂਸ, 10 ਈਅਰ ਯੀਲਡ 1.76% ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 41,937 ਤੇ ਰਿਹਾ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 74 ਰੁਪਏ ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1.27 ਦੇ ਬਰਾਬਰ ਰਹੀ ਆ। ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸ।